रेडियो ਹਾਂਜੀ 1674 AM प्रोग्राम ਹਾਂਜੀ ਮੈਲਬਨ। ਹਾਂਜੀ ਮੈਲਬਨ ਦੇ ਵਿੱਚ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਸੱਪ ਆਪਣੇ ਸ਼ਿਕਾਰ ਦੇ ਉੱਤੇ ਹਮਲਾ ਕਰਨ ਹੀ ਵਾਲਾ ਸੀ। ਇੱਕ ਸੱਪ ਚੂਹੇ ਦੇ ਉੱਤੇ ਹਮਲਾ ਕਰਨ ਹੀ ਵਾਲਾ ਸੀ ਤੇ ਉਸੇ ਸਮੇਂ ਇੱਕ ਇੱਲ ਨੇ ਸੱਪ ਦੇ ਉੱਤੇ ਹਮਲਾ ਕਰ ਦਿੱਤਾ। ਹੋਇਆ ਕੁਛ ਇਸ ਤਰ੍ਹਾਂ, ਸੱਪ ਨੇ ਆਪਣੀ ਭੁੱਖ ਮਿਟਾਉਣ ਦੇ ਲਈ ਚੂਹੇ ਨੂੰ ਮੂੰਹ 'ਚ ਫੜਿਆ। ਹਾਲੇ ਫੜਿਆ ਹੀ ਸੀ, ਖਾਣ ਦਾ ਮੌਕਾ ਨਹੀਂ ਮਿਲਿਆ ਤੇ ਉਸੇ ਸਮੇਂ ਦੇ ਉੱਤੇ ਇੱਕ ਇੱਲ ਨੇ ਸੱਪ ਨੂੰ ਆਪਣੀ ਚੁੰਝ ਦੇ ਵਿੱਚ, ਪੰਜਿਆਂ ਦੇ ਵਿੱਚ ਭਰਿਆ ਤੇ ਅਸਮਾਨ ਦੇ ਵਿੱਚ ਉੱਡਣਾ ਸ਼ੁਰੂ ਕਰ ਦਿੱਤਾ। ਅਸਮਾਨ ਦੇ ਵਿੱਚ ਉੱਡਦਿਆਂ ਸੱਪ ਨੂੰ ਇਸ ਚੀਜ਼ ਦਾ ਖਿਆਲ ਹੀ ਨਹੀਂ ਰਿਹਾ ਕਿ ਮੇਰੇ ਪੰਜੇ ਦੇ ਵਿੱਚ ਚੂਹਾ ਹੈ ਤੇ ਮੈਂ ਕਿਸੇ ਦੇ ਪੰਜੇ ਦੇ ਵਿੱਚ। ਇੰਨਾ ਸੋਚਣ ਦਾ ਕਹਿੰਦੇ ਸਮਾਂ ਹੀ ਨਹੀਂ ਮਿਲਿਆ ਤੇ ਨਾ ਹੀ ਇੰਨਾ ਸਮਾਂ ਚੂਹੇ ਨੂੰ ਮਿਲਿਆ ਕਿ ਇੱਕਦਮ ਮੈਂ ਅਸਮਾਨੀ ਕਿਤੇ ਪਹੁੰਚ ਗਿਆ। ਕਹਿੰਦੇ ਨੇ ਇੱਲ ਆਪਣੇ ਪੰਜਿਆਂ ਦੇ ਵਿੱਚ ਲੈ ਕੇ ਸੱਪ ਨੂੰ ਉੱਡਦੀ ਜਾ ਰਹੀ ਹੈ। ਅੱਗੋਂ ਕੀ ਵੇਖਦੀ ਹੈ ਕਿ ਅਸਮਾਨ ਦੇ ਵਿੱਚ ਇੱਕ ਹੋਰ ਇੱਲ, ਉਸੇ ਦੀ ਸੰਗੀ ਸਾਥੀ, ਆ ਕੇ ਵਾਰਤਾਲਾਪ ਸ਼ੁਰੂ ਕਰਦੀ ਹੈ। ਅੱਜ ਮੈਨੂੰ ਸ਼ਿਕਾਰ ਨਹੀਂ ਮਿਲਿਆ, ਤੇਰੇ ਤੇ ਬੱਲੇ ਬੱਲੇ ਨੇ, ਵਾਰੇ ਨਿਆਰੇ ਨੇ ਤੇਰੇ। ਅੱਜ ਦੇ ਦਿਨ ਤੂੰ 2 ਸ਼ਿਕਾਰ ਲਈ ਫਿਰਦੀ, 2 ਸ਼ਿਕਾਰ ਤੂੰ ਕੀ ਕਰਨੇ ਆ? ਹੋਵੇ ਨਾ ਤੇ ਇਹਦੇ ਵਿੱਚੋਂ ਆਪਾਂ ਵੰਡ ਵਰਤ ਕੇ ਖਾ ਲਈਏ। ਇੱਕ ਸ਼ਿਕਾਰ ਤੂੰ ਮੈਨੂੰ ਦੇ ਦੇ। ਇੱਲ ਨੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਸੱਪ ਮੈਂ ਖਾਵਾਂਗੀ। ਜੇ ਤੂੰ ਚਾਹਵੇਂ ਤੇ ਚੂਹਾ ਲੈ ਸਕਦੀ। ਇਹ ਗੱਲਾਂ ਬਾਤਾਂ ਸੁਣ ਕੇ ਸੱਪ ਅਚਾਨਕ ਬੋਲਿਆ, ਏਦਾਂ ਕਿੱਦਾਂ? ਇਹ ਮੇਰਾ ਸ਼ਿਕਾਰ ਹੈ, ਮੈਂ ਫੜਿਆ, ਮੈਂ ਤੈਨੂੰ ਕਿੱਦਾਂ ਦੇ ਦਿਆਂ? ਇੱਲ ਹੱਸ ਕੇ ਸੱਪ ਨੂੰ ਆਖਦੀ ਹੈ, ਤੈਨੂੰ ਪਤਾ ਨਹੀਂ, ਤੂੰ ਮੇਰੇ ਪੰਜਿਆਂ ਦੇ ਵਿੱਚ ਹੈ, ਤੂੰ ਤੇ ਆਪਣੀ ਜਾਨ ਦਾ ਫਿਕਰ ਮਨਾ, ਤੈਨੂੰ ਅੱਗੇ ਆਪਣੇ ਸ਼ਿਕਾਰ ਦੀ ਪਈ ਹੈ। ਤੇ ਇੱਲ ਦੇ ਦੱਸਣ ਦੇ ਉੱਤੇ ਸੱਪ ਨੂੰ ਅਚਾਨਕ ਚੇਤਾ ਆਇਆ, ਮੈਂ ਤੇ ਆਪ ਮੌਤ ਦੇ ਮੂੰਹ ਦੇ ਵਿੱਚ ਹਾਂ। ਕਹਿੰਦੇ ਨੇ ਇੱਕਦਮ ਸੱਪ ਥੋੜਾ ਜਿਹਾ ਘਬਰਾਇਆ, ਪਰ ਹਾਲੇ ਤੱਕ ਉਹਨੂੰ ਸ਼ਾਇਦ ਸਮਝ ਨਹੀਂ ਲੱਗ ਰਹੀ ਕਿ ਮੈਂ ਕਰਾਂ ਕੀ। ਉਹਦੀ ਭੁੱਖ, ਉਹਦੇ ਲਾਲਚ, ਉਹਦੇ ਮੂੰਹ ਦੇ ਵਿੱਚ ਉਹਦੀ ਖੁਰਾਕ, ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਣ ਦੇ ਰਹੀ ਕਿ ਉਹ ਵੀ ਮੌਤ ਦੇ ਮੂੰਹ ਦੇ ਵਿੱਚ ਹੈ। ਤੇ ਕਹਿੰਦੇ ਨੇ ਇੰਨੀ ਦੇਰ ਨੂੰ ਚੂਹਾ ਬੋਲਿਆ, ਮੈਂ ਭਾਈ ਮੈਂ ਕਿਉਂ ਸ਼ਿਕਾਰ ਬਣਾ ਸੱਪ ਦਾ ਤੇ ਮੈਂ ਕਿਉਂ ਸ਼ਿਕਾਰ ਬਣਾ ਇੱਲ ਦਾ? ਮੈਂ ਤੇ ਆਪ ਭੁੱਖਾਂ, ਮੇਰੇ ਤੇ ਆਪ ਢਿੱਡ ਦੇ ਵਿੱਚ ਕੋਈ ਦਾਣਾ ਨਹੀਂ ਪਿਆ। ਜੇ ਹੋਵੇ ਨਾ ਤੇ ਕਿਸੇ ਐਸੀ ਥਾਂ ਦੇ ਉੱਤੇ ਮੈਨੂੰ ਲੈ ਜਾਓ ਜਿੱਥੇ ਮੈਂ ਵੀ ਪਹਿਲਾਂ ਢਿੱਡ ਭਰ ਕੇ ਖਾ ਲਾਂ ਤੇ ਤੁਹਾਨੂੰ ਵੀ ਮੈਨੂੰ ਖਾਣ ਦਾ ਮਜ਼ਾ ਆਵੇ। ਕਹਿੰਦੇ ਨੇ ਇਸੇ ਚੀਜ਼ ਨੂੰ ਲੈ ਕੇ ਇੱਲ ਜਾ ਕੇ ਇੱਕ ਰੁੱਖ ਦੇ ਉੱਤੇ ਬੈਠਦੀ ਹੈ। ਜਦੋਂ ਆਪਣੇ ਪੰਜਿਆਂ ਦੇ ਵਿੱਚ ਇੱਲ ਨੇ ਘੁੱਟ ਕੇ ਸੱਪ ਨੂੰ ਦਬੋਚਿਆ ਤੇ ਸੱਪ ਦਾ ਮੂੰਹ ਇੱਕਦਮ ਥੋੜਾ ਜਿਹਾ ਖੁੱਲ੍ਹਾ, ਚੂਹਾ ਉਹਦੇ ਵਿੱਚੋਂ ਛੁੱਟਿਆ ਤੇ ਭੱਜਣ ਦੀ ਕੋਸ਼ਿਸ਼ ਕਰਦਾ, ਪਰ ਹੁਣ ਤੱਕ ਜ਼ਹਿਰ ਇੰਨਾ ਕੁ ਚੜ੍ਹ ਚੁੱਕਾ, ਭੱਜ ਨਹੀਂ ਸਕਿਆ, ਨਿਟਾਲ ਹੋ ਕੇ ਡਿੱਗ ਪਿਆ। ਭੱਜਦੇ ਨੇ ਸਾਹਮਣੇ ਦੇਖਿਆ ਇੱਕ ਕਣਕ ਦਾ ਦਾਣਾ ਮੂੰਹ ਦੇ ਵਿੱਚ ਪਾਇਆ, ਪਰ ਖਾਣ ਦਾ ਵੀ ਹੁਕਮ ਨਹੀਂ ਹੋਇਆ। ਜ਼ਖਮ ਜ਼ਿਆਦਾ ਵੱਧ ਚੁੱਕੇ ਨੇ। ਸੱਪ ਨੇ ਵੇਖਿਆ ਕਿ ਮੇਰਾ ਸ਼ਿਕਾਰ ਮੇਰੇ ਹੱਥੋਂ ਨਿਕਲ ਗਿਆ। ਇੱਕਦਮ ਭੌਂ ਕੇ ਜਦੋਂ ਇੱਲ ਵੱਲ ਵੇਖਿਆ ਤਾਂ ਅਹਿਸਾਸ ਹੋਇਆ ਕਿ ਮੈਂ ਤੇ ਖੁਦ ਮੌਤ ਦੇ ਮੂੰਹ 'ਚ ਹਾਂ। ਇੱਕਦਮ ਝਟਕਾ ਲੱਗਾ ਤੇ ਕਹਿੰਦੇ ਸੱਪ ਵੀ ਮਰ ਗਿਆ। ਇੱਲ ਨੇ ਨੋਚ ਕੇ ਸੱਪ ਨੂੰ ਖਾਧਾ। ਸੱਪ ਜਿਹੜਾ ਇਸ ਚੀਜ਼ ਤੋਂ ਬੇਫਿਕਰ ਸੀ ਕਿ ਮੈਂ ਆਪ ਮੌਤ ਦੇ ਮੂੰਹ ਦੇ ਵਿੱਚ ਹਾਂ, ਆਪਣੀ ਖੁਰਾਕ ਦੇ, ਆਪਣੇ ਢਿੱਡ ਦੀ ਭੁੱਖ ਨੂੰ ਲੈ ਕੇ
ਇੰਨਾ ਕੁ ਜ਼ਿਆਦਾ ਡੂੰਘਾ ਉਤਰ ਗਿਆ ਕਿ ਪਤਾ ਹੀ ਨਹੀਂ ਲੱਗਾ ਮੈਂ ਮੌਤ ਦੇ ਮੂੰਹ 'ਚ। ਕਹਾਣੀ ਲਿਖਣ ਵਾਲੇ ਨੇ ਸ਼ਾਇਦ ਸੱਪ ਸਾਨੂੰ ਬਣਾਇਆ ਇਨਸਾਨ ਨੂੰ। ਆਪਾਂ ਆਪਣੇ ਵਿਸ਼ੇ ਵਿਕਾਰਾਂ ਨੂੰ ਲੈ ਕੇ, ਆਪਣੇ ਕੰਮਾਂ ਕਾਰਾਂ ਨੂੰ ਲੈ ਕੇ, ਪੈਸੇ ਧੇਲੇ ਨੂੰ ਲੈ ਕੇ, ਦੁਨੀਆਦਾਰੀ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਕੁਛ ਮੂੰਹ ਦੇ ਵਿੱਚ ਪਾਈ ਬੈਠੇ ਹਾਂ ਕਿ ਸਾਨੂੰ ਦਿਖਦਾ ਹੀ ਨਹੀਂ ਕਿ ਸਾਨੂੰ ਕਿਸੇ ਇੱਲ ਨੇ ਆਪਣੇ ਪੰਜਿਆਂ ਦੇ ਵਿੱਚ ਦਬੋਚਿਆ। ਮੌਤ ਨੂੰ ਭੁੱਲ ਕੇ ਆਪਾਂ ਆਪਣੇ ਵਿਸ਼ੇ ਵਿਕਾਰਾਂ ਦੇ ਵਿੱਚ ਲੱਗੇ ਰਹਿੰਦੇ ਹਾਂ। ਸਾਰੀ ਦਿਹਾੜੀ ਕੁਛ ਨਾ ਕੁਛ, ਆਏ ਦਿਨ ਕੁਛ ਨਾ ਕੁਛ ਨਵਾਂ। ਸਾਨੂੰ ਲੱਗਦਾ ਕਿ ਖੁਰਾਕ ਸਾਡੇ ਮੂੰਹ ਦੇ ਵਿੱਚ ਹੈ। ਸਿੱਧੇ ਸਿੱਧੇ ਤਰੀਕੇ ਦੇ ਨਾਲ ਜੋ ਕੁਛ ਵੀ ਆਪਾਂ ਕਰਦੇ ਕਮਾਉਂਦੇ ਹਾਂ ਉਹ ਸਾਰਾ ਕੁਛ ਆਪਾਂ ਮੂੰਹ ਦੇ ਵਿੱਚ ਪਾ ਕੇ ਬੈਠੇ ਹਾਂ, ਪਰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਸਾਨੂੰ ਕਿਸੇ ਨੇ ਅੱਗੋਂ ਮੂੰਹ ਦੇ ਵਿੱਚ ਪਾਇਆ। ਕਹਿੰਦੇ ਨੇ ਇਹ ਪੈਟਰਨ ਇਸੇ ਤਰ੍ਹਾਂ ਦੇ ਨਾਲ ਚੱਲਦਾ। ਇੱਕ ਬੰਦਾ ਇਹ ਸੋਚਦਾ, ਇੱਕ ਜੀਵ ਇਹ ਸੋਚਦਾ ਕਿ ਮੈਂ ਸ਼ਾਇਦ ਕਿਸੇ ਨੂੰ ਖਾ ਰਿਹਾ, ਪਰ ਅਸਲ ਦੇ ਵਿੱਚ ਤੁਹਾਨੂੰ ਕੋਈ ਖਾ ਰਿਹਾ ਹੁੰਦਾ। ਜੇ ਆਪਾਂ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਇੱਕ ਇਨਸਾਨੀ ਪੱਧਰ 'ਤੇ ਆ ਕੇ ਵੀ ਗੱਲ ਕਰੀਏ ਤੇ ਇੱਕ ਆਮ ਬੰਦਾ ਆਪ ਤੋਂ ਛੋਟੇ ਨੂੰ ਖਾ ਰਿਹਾ ਹੁੰਦਾ। ਸਾਰਾ ਕੁਛ ਭੁੱਲ ਭੁਲਾ ਕੇ ਕਿ ਉਸ ਚੀਜ਼ ਦਾ ਅੰਜਾਮ ਕੀ ਹੋਣਾ। ਕਮਜ਼ੋਰ ਬੰਦੇ ਨੂੰ ਤੁਸੀਂ ਖਾ ਰਹੇ ਹੁੰਦੇ ਹੋ ਜਿਹੜਾ ਤੁਹਾਡੇ ਤੋਂ ਥੱਲੇ ਆ, ਪਰ ਇਸ ਚੀਜ਼ ਦਾ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਤੁਹਾਡੇ ਤੋਂ ਵੀ ਉੱਤੇ ਕੋਈ ਬੈਠਾ, ਤੁਹਾਡੇ ਤੋਂ ਉੱਤੇ ਵੀ ਤੁਹਾਡਾ ਕੋਈ ਬੌਸ ਨਹੀਂ ਤੇ ਸਰਕਾਰਾਂ ਜਿਹੜੀਆਂ ਆਪਣੇ ਪੰਜੇ ਦੇ ਵਿੱਚ ਸਾਨੂੰ ਭਰ ਕੇ ਅਸਮਾਨਾਂ ਦੇ ਵਿੱਚ ਉੱਡ ਰਹੀਆਂ ਨੇ। ਪਰ ਸਾਨੂੰ ਬਿਲਕੁਲ ਇਸ ਚੀਜ਼ ਦਾ ਕੋਈ ਫਿਕਰ, ਕੋਈ ਅਹਿਸਾਸ ਨਹੀਂ। ਸਾਡਾ ਸਿਰਫ ਧਿਆਨ ਚੂਹੇ ਦੇ ਉੱਤੇ ਆ, ਯਾਨੀ ਕਿ ਸਾਡਾ ਧਿਆਨ ਆਪਣੀ ਖੁਰਾਕ ਦੇ ਉੱਤੇ ਆ, ਤੇ ਜਿਹੜਾ ਸਾਡੇ ਤੋਂ ਉੱਤੇ ਬੈਠਾ ਉਹਦਾ ਧਿਆਨ ਆਪਣੀ ਖੁਰਾਕ ਦੇ ਉੱਤੇ, ਯਾਨੀ ਕਿ ਸਾਡੇ ਉੱਤੇ। ਬਣਦਾ ਤੇ ਇਹ ਆ, ਕਹਿੰਦੇ ਨੇ ਕਿ ਤੁਸੀਂ ਆਪਣੀ ਖੁਰਾਕ ਪ੍ਰਤੀ ਸੁਚੇਤ ਰਹੋ। ਤੇ ਕਿਸੇ ਦੀ ਖੁਰਾਕ ਬਣਨ ਦੇ ਨਾਲੋਂ ਚੰਗਾ ਤੁਸੀਂ ਉਸ ਪਾਸਿਓਂ ਵੀ ਸੁਚੇਤ ਰਹੋ ਕਿ ਕੋਈ ਤੁਹਾਨੂੰ ਆਪਣੀ ਖੁਰਾਕ ਨਾ ਬਣਾ ਜੇ। ਤੇ ਦੂਸਰੇ ਪਾਸਿਓਂ ਜੇ ਵੇਖੀਏ ਤੇ ਕਹਾਣੀ ਸਾਨੂੰ ਇਹ ਵੀ ਦੱਸਦੀ ਆ ਕਿ ਕਈ ਵਾਰੀ ਆਪਾਂ ਲਾਲਚ ਦੇ ਵਿੱਚ ਆ ਕੇ, ਕਈ ਵਾਰੀ ਆਪਾਂ ਢਿੱਡ ਦੀ ਭੁੱਖ ਨੂੰ ਲੈ ਕੇ ਇੰਨੇ ਕੁ ਜ਼ਿਆਦਾ ਅੰਨੇ ਹੋ ਜਾਂਦੇ ਆ ਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਆਪਾਂ ਵੀ ਕਿਸੇ ਦੇ ਮੂੰਹ ਦੇ ਵਿੱਚ ਆ। ਮੌਤ ਵੀ ਕਹਿੰਦੇ ਕਈ ਵਾਰੀ ਤੁਹਾਨੂੰ ਛੋਟੀ ਲੱਗਣ ਲੱਗ ਪੈਂਦੀ ਹੈ ਲਾਲਚ ਦੇ ਸਾਹਮਣੇ, ਕਿਉਂਕਿ ਤੁਹਾਨੂੰ ਸਾਹਮਣੇ ਆਪਣੇ ਸ਼ਿਕਾਰ ਦੇ ਉੱਤੇ ਕੇਂਦਰਿਤ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੁੰਦਾ। ਵਾਰ-ਵਾਰ ਇਹ ਤੁਹਾਡੇ ਦਿਮਾਗ ਦੇ ਵਿੱਚ ਚੀਜ਼ ਪਾ ਕੇ ਪੱਕਿਆਂ ਕਰ ਦਿੱਤੀ ਗਈ ਹੁੰਦੀ ਹੈ ਕਿ ਤੁਸੀਂ ਸਿਰਫ ਕੇਂਦਰਿਤ ਰਹਿਣਾ ਜੋ ਤੁਹਾਡੇ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਜ਼ਰੂਰੀ ਹੋਵੇ। ਪਰ ਵੇਖਣ ਵਾਲੀ ਚੀਜ਼ ਇਹ ਹੈ ਕਿ ਜਦੋਂ ਤੁਸੀਂ ਆਪ ਹੀ ਨਾ ਰਹੇ ਤੇ ਫਿਰ ਤੁਹਾਡਾ ਢਿੱਡ ਕੀ ਤੇ ਫਿਰ ਤੁਹਾਡੀ ਭੁੱਖ ਕੀ। ਸੋ ਉੱਤੋਂ ਤੋਂ ਲੈ ਕੇ ਥੱਲਿਓਂ ਤੱਕ ਅੱਖਾਂ ਖੋਲ੍ਹ ਕੇ ਵੇਖ ਕੇ ਅੱਜ ਦੀ ਕਹਾਣੀ ਸਾਨੂੰ ਚੱਲਣ ਦੇ ਲਈ ਕਹਿੰਦੀ ਹੈ। ਆਸ ਕਰਦੇ ਹਾਂ ਕਿ ਇਸ ਕਹਾਣੀ ਵਿਚਲਾ ਮਨੋਰਥ ਆਪਾਂ ਜ਼ਰੂਰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਫਿਰ ਅੱਗੇ ਚੱਲਾਂਗੇ, ਸੋਚ ਵਿਚਾਰ ਚੰਗੀ ਤਰ੍ਹਾਂ ਦੇ ਨਾਲ ਕਰਕੇ। ਆਸ ਕਰਦੇ ਹਾਂ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਏਗੀ। ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।